ਕਿਸੇ ਸ਼ਹਿਰ ਵਿੱਚ ਸੰਤੂ ਨਾਮ ਦਾ ਇੱਕ ਮੁਚੀ ਰਹਿੰਦਾ ਸੀ। ਵੱਡੇ ਸ਼ਹਿਰਾਂ ਵਿੱਚ ਮਕਾਨਾਂ ਦੇ ਕਿਰਾਏ ਲਹੂ ਪੀਂਦੇ ਸਨ, ਇਸ ਲਈ ਸੰਤੂ ਨੇ ਇੱਕ ਵੱਡੇ ਮਕਾਨ ਦਾ ਭੋਰਾ ਹੀ ਕਿਰਾਏ 'ਤੇ ਲਿਆ ਹੋਇਆ ਸੀ, ਜਿਸ ਦੀ ਖਿੜਕੀ ਬਾਜ਼ਾਰ ਵੱਲ ਸੀ। ਇਸ ਖਿੜਕੀ ਦੇ ਵਿੱਚੋਂ ਸੰਤੂ ਨੂੰ ਆਉਣ ਜਾਣ ਵਾਲਿਆਂ ਦੇ ਪੈਰ ਨਜ਼ਰ ਆਉਂਦੇ ਸਨ, ਔਰ ਸੰਤੂ ਲੋਕਾਂ ਨੂੰ ਪੈਰਾਂ ਤੋਂ ਪਛਾਣਦਾ ਸੀ। ਉਸ ਨੂੰ ਇੱਥੇ ਰਹਿੰਦਿਆਂ ਕਈ ਸਾਲ ਬੀਤ ਗਏ ਔਰ ਉਸਦੇ ਬਥੇਰੇ ਲੋਕ ਜਾਣੂ ਹੋ ਗਏ। ਬਾਜ਼ਾਰ ਵਿੱਚ ਭਾਵੇਂ ਹੀ ਕੋਈ ਜੁੱਤੀ ਅਜਿਹੀ ਲੰਘਦੀ ਹੋ ਜਿਸ ਨੂੰ ਸੰਤੂ ਨੇ ਸੀਤਾ ਜਾਂ ਗੰਢਿਆ ਨਾ ਹੋਵੇ। ਕੰਮ ਸੁਥਰਾ ਕਰਦਾ ਸੀ, ਚਮੜਾ ਚੰਗਾ ਤੇ ਪੈਸੇ ਵੀ ਵਾਜਬੀ ਲਾਉਂਦਾ ਸੀ। ਡੋਰ ਪੱਕੀ ਵਰਤਦਾ ਸੀ, ਇਸ ਲਈ ਲੋਕ ਇਸ ਨੂੰ ਬਹੁਤ ਕੰਮ ਦਿੰਦੇ ਸਨ। ਝੂਠੇ ਲਾਰੇ ਇਸ ਨੇ ਕਦੀ ਨਹੀਂ ਸੀ ਲਾਏ। ਜੇ ਕੰਮ ਸਿਰੇ ਸਿਰ ਕਰ ਸਕਦਾ ਸੀ ਤਾਂ ਹੱਥ ਪਾਉਂਦਾ ਸੀ, ਨਹੀਂ ਤਾਂ ਪਹਿਲਾਂ ਹੀ ਜਵਾਬ ਦੇ ਦਿੰਦਾ ਸੀ। ਇਹਨਾਂ ਗੁਣਾਂ ਦੇ ਕਾਰਨ ਸੰਤੂ ਨੂੰ ਕੰਮ ਦਾ ਕੋਈ ਘਾਟਾ ਨਹੀਂ ਸੀ। ਚੰਗਾ ਆਦਮੀ ਸੀ, ਔਰ ਹੁਣ ਬੁੱਢੇ ਹੋਇਆਂ ਉਸ ਨੂੰ ਰੱਬ ਵਾਲੇ ਪਾਸੇ ਦਾ ਫਿਕਰ ਲੱਗਾ। ਜਦ ਉਹ ਜਵਾਨ ਸੀ ਤੇ ਇੱਕ ਦੁਕਾਨਦਾਰ ਦੀ ਨੌਕਰੀ ਕਰਦਾ ਸੀ ਤਾਂ ਉਸ ਦੀ ਵਹੁਟੀ ਮਰ ਗਈ ਅਤੇ 3 ਵਰ੍ਹਿਆਂ ਦਾ ਮੁੰਡਾ ਛੋੜ ਗਈ। ਸੰਤੂ ਦਾ ਖਿਆਲ ਇਸ ਮੁੰਡੇ ਨੂੰ ਆਪਣੀ ਭੈਣ ਪਾਸ ਭੇਜਣ ਦਾ ਹੋਇਆ, ਪਰ ਫਿਰ ਇਸ ਦੇ ਮਨ ਨੇ ਪਤਾ ਨਹੀਂ ਕੀ ਆਖਿਆ। ਮਾਲਕ ਦੀ ਨੌਕਰੀ ਛੱਡ ਕੇ ਸੰਤੂ ਨੇ ਇਸ ਭੋਰੇ ਵਿੱਚ ਆਪਣੀ ਦੁਕਾਨ ਪਾ ਲਈ ਔਰ ਮੁੰਡੇ ਨੂੰ ਆਪਣੇ ਕੋਲ ਰੱਖ ਕੇ ਪਾਲਦਾ ਰਿਹਾ। ਰੱਬ ਡਾਢੇ ਦੀਆਂ ਖੇਡਾਂ। ਮੁੰਡਾ ਜਦ 16 ਵਰ੍ਹਿਆਂ ਦਾ ਗੱਭਰੂ ਹੋਇਆ ਅਤੇ ਪਿਓ ਨੂੰ ਕੁਝ ਖੱਟ ਕੇ ਖਵਾਉਣ ਜੋਗਾ ਬਣਿਆ ਤਾਂ 7 ਦਿਨ ਮੋਹਰ ਕੇ ਤਾਪ ਦੇ ਪਿੱਛੋਂ ਉਹ ਵੀ ਮਰ ਗਿਆ ਔਰ ਸੰਤੂ ਇਕੱਲਾ ਰਹਿ ਗਿਆ। ਆਪਣੇ ਪੁੱਤਰ ਦਾ ਸੰਸਕਾਰ ਔਰ ਕਿਰਿਆਕਰਮ ਕਰਕੇ ਸੰਤੂ ਨੂੰ ਦੁਨੀਆ ਹਨੇਰ ਔਰ ਰੱਬ ਆਪਣਾ ਵੈਰੀ ਦਿਸੇ। ਕਈ ਵਾਰੀ ਉਸਨੇ ਪ੍ਰਾਰਥਨਾ ਕੀਤੀ, ਰੱਬਾ ਹੁਣ ਮੈਨੂੰ ਵੀ ਸੱਦ ਲੈ, ਮੇਰਾ ਮੁੰਡਾ ਲਿਆਈ, ਮੈਨੂੰ ਕਾਹਨੂੰ ਛੱਡਿਆ ਈ, ਮੈਨੂੰ ਬੁੱਢੇ ਨੂੰ ਮੌਤ ਕਿਉਂ ਨਹੀਂ ਆਉਂਦੀ। ਉਸਨੇ ਮੰਦਰ ਵਿੱਚ ਜਾਣਾ ਵੀ ਛੱਡ ਦਿੱਤਾ। ਇੱਕ ਦਿਨ ਸੰਤੂ ਦੇ ਪਿੰਡ ਦਾ ਇੱਕ ਭਲਾ ਪੁਰਸ਼ ਤੀਰਥ ਯਾਤਰਾ ਤੋਂ ਮੁੜਿਆ ਹੋਇਆ ਰਾਹ ਵਿੱਚ ਸੰਤੂ ਪਾਸ ਆ ਠਹਿਰਿਆ। ਸੰਤੂ ਨੇ ਆਪਣੇ ਦਿਲ ਦਾ ਹਾਲ ਉਸ ਨੂੰ ਖੋਲ੍ਹ ਸੁਣਾਇਆ ਤੇ ਆਖਣ ਲੱਗਾ, ਮਹਾਤਮਾ ਜੀ, ਮੈਨੂੰ ਜੀਵਨ ਦੀ ਹੁਣ ਕੋਈ ਇੱਛਾ ਨਹੀਂ। ਮੈਂ ਤਾਂ ਹਰ ਘੜੀ ਰੱਬ ਪਾਸੋਂ ਮੌਤ ਮੰਗਦਾ ਹਾਂ। ਮੇਰਾ ਹੁਣ ਕੌਣ ਸਹਾਰਾ ਰਿਹਾ ਹੈ। ਬੁੱਢੇ ਮਹਾਤਮਾ ਨੇ ਆਖਿਆ, ਸੰਤੂ, ਇਉਂ ਨਹੀਂ ਆਖੀਦਾ। ਸਾਨੂੰ ਰੱਬ ਦੇ ਕੰਮਾਂ ਦਾ ਕੀ ਪਤਾ। ਸਾਰਾ ਕਾਰਖਾਨਾ ਸਾਡੀ ਅਕਲ ਨਾਲ ਨਹੀਂ, ਰੱਬ ਦੀ ਮਨਸ਼ਾ ਨਾਲ ਚੱਲ ਰਿਹਾ ਹੈ। ਜੇ ਕਰਤਾਰ ਨੂੰ ਇਹੀ ਪਾਉਂਦਾ ਸੀ ਕਿ ਤੇਰਾ ਮੁੰਡਾ ਜੰਮੇ ਔਰ 16 ਸਾਲ ਪਿੱਛੋਂ ਮਰ ਜਾਵੇ ਤਾਂ ਇਹੋ ਚੰਗੀ ਗੱਲ ਹੈ। ਜਿਹੜਾ ਤੂੰ ਨਿਰਾਸ਼ ਹੋਇਆ ਹੈ ਉਸ ਦਾ ਇਹ ਕਾਰਨ ਹੈ ਕਿ ਤੂੰ ਨਿਰੋਲ ਆਪਣੇ ਵਾਸਤੇ ਜੀਵਨ ਦੀ ਇੱਛਾ ਰੱਖਦਾ ਹੈ। ਸੰਤੂ ਨੇ ਪੁੱਛਿਆ, ਹੋਰ ਮੈਂ ਕਿਸ ਦੇ ਵਾਸਤੇ ਜੀਵਾਂ। ਮਹਾਤਮਾ ਨੇ ਆਖਿਆ, ਸੰਤੂ, ਰੱਬ ਦੇ ਵਾਸਤੇ ਜੀ। ਉਸਨੇ ਤੈਨੂੰ ਜਾਨ ਦਿੱਤੀ, ਤੂੰ ਉਸਦੇ ਵਾਸਤੇ ਜੀ। ਜਦ ਤੂੰ ਰਜ਼ਾ ਵਿੱਚ ਰਹਿਣਾ ਆਰੰਭ ਕੀਤਾ, ਦੁੱਖ ਹਟ ਜਾਵੇਗਾ ਤੇ ਤੈਨੂੰ ਹੁਣੇ ਹੀ ਸੁੱਖ ਪਾਸੇਗਾ। ਸੰਤੂ ਕੁਝ ਚਿਰ ਚੁੱਪ ਰਿਹਾ ਤੇ ਫੇਰ ਪੁੱਛਣ ਲੱਗਾ, ਰੱਬ ਦੀ ਰਜ਼ਾ ਵਿੱਚ ਕਿੱਦਾਂ ਜੀਵੀਏ। ਮਹਾਤਮਾ ਬੋਲਿਆ, ਇਹ ਗੱਲਾਂ ਤਾਂ ਸੰਤਾਂ ਮਹਾਤਮਾ ਦੀਆਂ ਹਨ। ਜੇ ਤੂੰ ਗੁਰਮੁਖੀ ਪੜ੍ਹ ਸਕਦਾ ਹੈ ਤਾਂ ਜਾ ਕੇ ਸੁਖਮਨੀ ਸਾਹਿਬ ਦਾ ਗੁਟਕਾ ਲੈ ਆ, ਉੱਥੋਂ ਤੈਨੂੰ ਪਤਾ ਲੱਗੇਗਾ ਕਿ ਰਜ਼ਾ ਕੀ ਹੈ। ਮਹਾਤਮਾ ਦੇ ਬਚਨ ਸੰਤੂ ਦੇ ਹਿਰਦੇ ਵਿੱਚ ਖੁੱਭ ਗਏ ਔਰ ਉਸਨੇ ਉਸੇ ਦਿਨ ਬਾਜ਼ਾਰੋਂ ਮੋਟੇ ਟਾਈਪ ਦਾ ਗੁਟਕਾ ਲਿਆ ਕੇ ਪਾਠ ਸ਼ੁਰੂ ਕੀਤਾ। ਇਹ ਪਾਠ ਉਹ ਹਰ ਰੋਜ਼ ਨੇਮ ਨਾਲ ਕਰਦਾ ਸੀ ਔਰ ਪਾਠ ਕੀਤਿਆਂ ਉਸਨੂੰ ਧੀਰਜ ਆਉਂਦਾ ਸੀ। ਕਿਸੇ ਰਾਤ ਉਸਦੇ ਦੀਵੇ ਵਿੱਚ ਤੇਲ ਮੁੱਕ ਜਾਵੇ ਪਰ ਉਸਦਾ ਜੀ ਗੁਟਕਾ ਛੱਡਣ ਨੂੰ ਨਾ ਕਰੇ। ਜਿਉਂ-ਜਿਉਂ ਪੜ੍ਹਦਾ ਗਿਆ ਉਸ ਨੂੰ ਪਤਾ ਲੱਗਾ ਕਿ ਰੱਬ ਉਸ ਤੋਂ ਕੀ ਮੰਗਦਾ ਹੈ ਅਤੇ ਰੱਬ ਦੀ ਰਜ਼ਾ ਵਿੱਚ ਕਿੱਦਾਂ ਰਹੀਦਾ ਹੈ। ਉਸ ਦਾ ਮਨ ਫੁੱਲ ਵਾਂਗ ਹੌਲਾ ਹੁੰਦਾ ਗਿਆ। ਇਸ ਤੋਂ ਪਹਿਲਾਂ ਸੌਣ ਲੱਗਿਆ ਉਸ ਦਾ ਮਨ ਉਦਾਸੀ ਤੇ ਚਿੰਤਾ ਦਾ ਭਰਿਆ ਹੋਇਆ ਰਹੇ ਤੇ ਆਪਣੇ ਮੁੰਡੇ ਨੂੰ ਯਾਦ ਕਰਕੇ ਰੱਬ ਨੂੰ ਗਾਲਾਂ ਕੱਢਿਆ ਕਰੇ। ਹੁਣ ਸੌਣ ਲੱਗਿਆ ਸੰਤੂ ਆਖਦਾ ਸੀ, ਜਾਕੋ ਆਏ ਸੋਈ ਬਿਹਾਜੋ, ਹਰ ਗੁਰਤੇ ਮਨ ਹੈ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏ ਗੋ ਫੇਰਾ। ਹੁਣ ਤੋਂ ਸੰਤੂ ਦਾ ਜੀਵਨ ਬਦਲ ਗਿਆ। ਅੱਗੇ ਉਹ ਉਦਾਸੀ ਨੂੰ ਦੂਰ ਕਰਨ ਲਈ ਕਦੀ-ਕਦੀ ਘੁੱਟ ਪੀ ਲੈਂਦਾ ਸੀ ਅਤੇ ਨਸ਼ਾ ਭਾਵੇਂ ਨਾ ਚੜੇ ਪਰ ਲੋਕਾਂ ਨੂੰ ਮਖੌਲ ਕਰਨ ਲੱਗ ਜਾਂਦਾ ਸੀ। ਕਿਸੇ ਨੂੰ ਗਾਲਾਂ ਵੀ ਕੱਢ ਦਿੰਦਾ ਸੀ। ਹੁਣ ਇਹ ਗੱਲਾਂ ਛੁੱਟ ਗਈਆਂ।
ਉਸਦੇ ਜੀਵਨ ਵਿੱਚ ਆਧਾਰ ਤੇ ਸ਼ਾਂਤੀ ਆ ਗਈ। ਸਵੇਰ ਤੋਂ ਤਿਰਕਾਲਾਂ ਤੱਕ ਕੰਮ ਕਰਦਾ ਸੀ ਤੇ ਕੰਮ ਮੁਕਾ ਕੇ ਦੀਵੇ ਨੂੰ ਦੀਵਕੀ ਤੋਂ ਲਾ ਕੇ ਛੋਟੇ ਸਟੂਲ ਤੇ ਧਰਦਾ ਤੇ ਦਰੀ ਵਿੱਚੋਂ ਗੁਟਕਾ ਲਿਆ ਕੇ ਉਸਦਾ ਪਾਠ ਕਰਦਾ ਤੇ ਮੁੜ ਕੇ ਪੜ੍ਹਿਆ ਉਸਨੂੰ ਵਧੇਰੀ ਸਮਝ ਆਉਂਦੀ। ਮਨ ਹੌਲਾ ਤੇ ਰਸ ਭਰਿਆ ਜਾਪਦਾ। ਇੱਕ ਰਾਤ ਪਾਠ ਕਰਦਾ ਕਰਦਾ ਸੰਤੂ ਇਹਨਾਂ ਤੁਕਾਂ ਤੇ ਅਟਕ ਗਿਆ ਤੇ ਹੌਲੀ ਪੜਨ ਲੱਗਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, हर का नाम जपत होए सुखिया। लाख करोरी बंद न परै, हर का नाम जपत निस्तरै। अनेक माया रंग तिख न बुझावै, हर का नाम जपत अघावै। जेह मार्ग एह जात इकेला, तै हर का नाम संग होत सुहेला। ऐसा नाम मन सदा ध्याइयै, नानक गुरमुख परम गत पाइयै। ਇਸੇ ਸ਼ਬਦ ਨੂੰ ਮੁੜ ਪੜ੍ਹ ਕੇ ਉਸਦੇ ਮਨ ਨੂੰ ਧੀਰਜ ਆਵੇ। ਦੁੱਖ ਕੀ ਚੀਜ਼ ਹੈ, ਬੰਧਨ ਕਾਹਦੇ ਹਨ, ਤ੍ਰਿਸ਼ਨਾ ਕਿਸ ਗੱਲ ਦੀ ਹੈ ਅਤੇ ਇਹਨਾਂ ਦੁੱਖਾਂ ਔਰ ਵੇਦਨਾ ਦਾ ਇਲਾਜ ਕੀ ਹੈ। ਇਸ ਦਾ ਉਸਨੂੰ ਨਾਮ ਇੱਕੋ ਜਵਾਬ ਮਿਲਿਆ। ਫਿਰ ਨਾਮ ਨੂੰ ਸੋਚਦਾ ਉਹ ਅਗਾਂਹ ਪਾਠ ਕਰਨ ਲੱਗਾ ਤੇ ਇੱਥੇ ਪਹੁੰਚਿਆ। ਨਾਨਾ ਰੂਪ ਨਾਨਾ ਜਾ ਕੇ ਰੰਗ, नाना पेख करे एक रंग। नाना बिद कीनो बिस्तार, प्रभ अबनासी एक अंकार। नाना चलत करे खिनमाए, पूर रहे पूरन सब ठाए। नाना बिद कर बनत बनाई, अपनी कीमत आपे पाई। सब घट तिसके सब तिसके ठाओ, जप जप जीवै नानक हर नाओ। इत्थे पहुँच के उसनों ख्याल आया, जे रब सारे घटां विच वसदा है और सारे नाम उसदे ही ਹਨ ਤਾਂ ਮੈਨੂੰ ਕਿਉਂ ਨਹੀਂ ਦਿਸਦਾ ਕਿ ਮੈਨੂੰ ਵੀ ਕਦੇ ਰੱਬ ਦੇ ਦਰਸ਼ਨ ਹੋਣਗੇ। ਦਰਸ਼ਨ ਨਾਲ ਸ਼ਾਂਤੀ ਆਉਣੀ ਹੈ ਔਰ ਦਰਸ਼ਨ ਘਟਾਂ ਵਿੱਚ ਵਸ ਕੇ ਦਿੰਦਾ ਹੈ। ਮੈਨੂੰ ਵੀ ਕਦੇ ਝਲਕਾਰਾ ਵੱਜੇਗਾ। ਇਹੀ ਸੋਚਦਿਆਂ ਸੰਤੂ ਨੂੰ ਨੀਂਦਰ ਆ ਗਈ। ਦੀਵਾ ਜਗਦਾ ਰਿਹਾ ਅਤੇ ਸੰਤੂ ਉਂਘਦਾ ਰਿਹਾ। ਅਚਨਚੇਤ ਉਸਨੂੰ ਆਵਾਜ਼ ਕਰਨੀ ਪਈ। ਇਹ ਆਵਾਜ਼ ਇਉਂ ਸੀ ਜਿੱਦਾਂ ਕੋਈ ਉਸਦੇ ਕੰਨ ਦੇ ਪਾਸ ਬੋਲ ਰਿਹਾ ਹੋਵੇ। ਤਰਬਕ ਕੇ ਸੰਤੂ ਜਾਗਿਆ ਤੇ ਕਿਹਾ, ਕੌਣ ਹੈ? ਉਸੇ ਚਾਰੇ ਪਾਸੇ ਵੇਖਿਆ, ਦਰਵਾਜ਼ੇ ਵੱਲ ਵੇਖਿਆ, ਉਧਰ ਵੀ ਕੋਈ ਨਹੀਂ ਸੀ। ਉਸਨੇ ਡਰਦਿਆਂ ਹੌਲੀ ਜਿਹੀ ਫੇਰ ਕਿਹਾ, ਕੌਣ ਹੈ? ਤਾਂ ਉਸ ਤੋਂ ਬਿਲਕੁਲ ਸਾਫ਼ ਔਰ ਬਰੀਕ ਆਵਾਜ਼ ਕਰਨੀ ਪਈ, ਸੰਤੂ ਕੱਲ ਮੈਂ ਤੇਰੀ ਗਲੀ ਆਵਾਂਗਾ, ਮੈਨੂੰ ਵੇਖਣਾ ਹੀ ਤਾਂ ਉਡੀਕੀ। ਸੰਤੂ ਨੇ ਚੁਕੰਨੇ ਹੋ ਕੇ ਅੰਗੜਾਈ ਲਈ, ਫਰਸ਼ ਤੋਂ ਉੱਠਿਆ, ਅੱਖਾਂ ਨੂੰ ਮਲਿਆ, ਪਰ ਇਹ ਪਤਾ ਨਾ ਲੱਗੇ ਕਿ ਇਹ ਮੈਂ ਸੁਪਨਾ ਵੇਖਿਆ ਹੈ ਕਿ ਸੱਚੀ ਮੁੱਚੀ ਆਵਾਜ਼ ਪਈ ਹੈ। ਦੀਵਾ ਬੁਝਾ ਕੇ ਉਹ ਮੰਜੀ ਤੇ ਜਾ ਲੇਟਿਆ ਔਰ ਸੌਂ ਗਿਆ। ਦੂਜੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਉਸਨੇ ਇਸ਼ਨਾਨ ਪਾਣੀ ਕੀਤਾ ਔਰ ਆਪਣੇ ਕੰਮ ਤੇ ਆ ਬੈਠਾ। ਰਾਤ ਵਾਲੀ ਗੱਲ ਉਸਨੂੰ ਯਾਦ ਸੀ। ਕਦੀ ਉਹ ਇਸ ਨੂੰ ਸੁਪਨਾ ਸਮਝੇ ਤੇ ਕਦੀ ਆਖੇ ਆਵਾਜ਼ ਸੱਚੀ ਸੀ ਔਰ ਮੈਂ ਹੋਸ਼ ਹਵਾਸ ਵਿੱਚ ਕੰਨੀ ਸੁਣੀ ਸੀ। ਤੇ ਜੇ ਹੋਰ ਲੋਕ ਆਕਾਸ਼ਬਾਣੀ ਸੁਣਦੇ ਰਹੇ ਹਨ ਤਾਂ ਕੀ ਪਤਾ ਮੈਨੂੰ ਵੀ ਆਕਾਸ਼ਬਾਣੀ ਆਈ ਹੋਵੇ। ਇਸ ਸੋਚ ਵਿੱਚ ਉਹ ਬਾਰੀ ਦੇ ਪਾਸ ਬਹਿ ਕੇ ਔਰ ਉੱਥੇ ਹੀ ਆਰ ਧਾਗਾ ਔਰ ਅੱਧ ਸੀਤੀਆਂ ਜੁੱਤੀਆਂ ਫੜ ਕੇ ਕੰਮ ਨੂੰ ਜੁਟ ਗਿਆ। ਔਰ ਜਦ ਖੜਾਕ ਸੁਣੇ, ਬੈਠਾ ਬਾਰੀ ਵਿੱਚੋਂ ਵੇਖ ਲਵੇ, ਜੇ ਕੋਈ ਓਪਰੀ ਜੁੱਤੀ ਹੋਵੇ ਤਾਂ ਸਿਰ ਚੁੱਕ ਕੇ ਉਤਾਂਹ ਵੇਖ ਲਏ। ਪਹਿਲਾਂ ਇੱਕ ਮਾਸ਼ਕੀ ਲੰਘਿਆ, ਫਿਰ ਕਸਾਈਆਂ ਦਾ ਇੱਕ ਮੁੰਡਾ ਦੌੜਦਾ ਗਿਆ ਤੇ ਇਸ ਦੇ ਪਿੱਛੋਂ ਇੱਕ ਬੁੱਢਾ ਮੇਤਰ ਪੁਰਾਣੇ ਫੌਜੀ ਬੂਟ ਪਾ ਕੇ ਹੌਲੀ ਆਇਆ। ਇਸ ਦਾ ਨਾਮ ਬਿਸ਼ਨਾ ਸੀ ਅਤੇ ਇਸਨੇ ਅਫਰੀਕਾ ਵਾਲੀ ਬੋਇਰਾਂ ਦੀ ਲੜਾਈ ਵਿੱਚ ਹਿੱਸਾ ਲਿਆ ਹੋਇਆ ਸੀ, ਪਰ ਹੁਣ ਬਹੁਤ ਬੁੱਢਾ ਹੋਣ ਦੇ ਕਾਰਨ ਪੈਨਸ਼ਨ ਤੇ ਸੀ। ਪੈਨਸ਼ਨ ਥੋੜੀ ਸੀ, ਇਸ ਲਈ ਗਲੀਆਂ ਸਾਫ਼ ਕਰਕੇ ਉਹ ਕੁਝ ਹੋਰ ਰੁਪਏ ਬਣਾ ਲੈਂਦਾ ਸੀ ਔਰ ਇੱਦਾਂ ਗੁਜ਼ਾਰਾ ਤੋਰਦਾ ਸੀ। ਅੱਜ ਵੀ ਉਹ ਸਦਾ ਵਾਂਗ ਝਾੜੂ ਹੱਥ ਵਿੱਚ ਫੜ ਕੇ ਸਫਾਈ ਕਰਨ ਨੂੰ ਆਇਆ। ਸੰਤੂ ਮੂੰਹ ਵਿੱਚ ਆਖਣ ਲੱਗਾ, ਮੈਂ ਵੀ ਝੱਲਾ ਹੋ ਚੱਲਿਆ। ਬਿਸ਼ਨਾ ਮੇਤਰ ਝਾੜੂ ਚੁੱਕ ਕੇ ਆਇਆ ਤੇ ਮੈਂ ਉਸਨੂੰ ਰੱਬ ਦੇ ਭੁਲੇਖੇ ਸਿਰ ਚੁੱਕ ਕੇ ਵੇਖਦਾ। ਜੁੱਤੀ ਦੇ ਤੱਲੇ ਨੂੰ 2 ਕੁ ਤੋਪੇ ਲਾ ਕੇ ਉਸਨੇ ਫੇਰ ਬਿਸ਼ਨੇ ਵੱਲ ਵੇਖਿਆ। ਪੋਹ ਦਾ ਮਹੀਨਾ, ਸਵੇਰ ਦਾ ਵਕਤ, ਕੰਕਰ ਪਵੇ, ਹੱਥ ਪੈਰ ਆਕੜਦੇ ਜਾਵਨ। ਬਿਸ਼ਨਾ ਵਿਚਾਰਾ ਠੰਡੀ ਹਵਾ ਤੋਂ ਬਚਣ ਲਈ ਇੱਕ ਗੁੱਠ ਵਿੱਚ ਲੁਕਿਆ ਖੜਾ ਸੀ। ਬਿਰਧ ਅਵਸਥਾ, ਝਾੜੂ ਕਿੱਦਾਂ ਦੇਵੇ? ਸੰਤੂ ਨੇ ਸੋਚਿਆ, ਵਿਚਾਰਾ ਬਹੁਤ ਬੁੱਢਾ ਹੈ, ਇਸ ਨੂੰ ਅੰਦਰ ਬੁਲਾ ਕੇ ਚਾਹ ਕਿਉਂ ਨਾ ਪਿਆਵਾਂ।
ਆਪਣੀ ਆਰ ਨੂੰ ਠੋਕ ਕੇ ਸੰਤੂ ਉੱਠਿਆ ਅਤੇ ਤਾਂਬੀਆ ਚੁੱਲ੍ਹੇ 'ਤੇ ਧਰ ਕੇ ਪਾਣੀ ਉਬਲਣਾ ਧਰ ਦਿੱਤਾ। ਫਿਰ ਬਾਰੀ ਵਿੱਚ ਜਾ ਕੇ ਉਸਨੇ ਬਿਸ਼ਨੇ ਨੂੰ ਇਸ਼ਾਰਾ ਕੀਤਾ ਅਤੇ ਆਪ ਬੂਹਾ ਖੋਲ੍ਹਣ ਲਈ ਗਿਆ। ਬੂਹਾ ਖੋਲ੍ਹ ਕੇ ਉਸਨੇ ਆਖਿਆ, ਆ ਸੱਜਣਾ, ਅੰਦਰ ਆ ਕੇ ਅੱਗ ਸੇਕ। ਰੱਬ ਤੇਰਾ ਭਲਾ ਕਰੇ, ਮੇਰੀਆਂ ਤਾਂ ਹੱਡੀਆਂ ਵਿੱਚ ਪਾਲਾ ਵੜ ਗਿਆ ਹੈ। ਇਹ ਆਖ ਕੇ ਬਿਸ਼ਨਾ ਅੰਦਰ ਆਇਆ ਅਤੇ ਆਉਣ ਲੱਗਿਆ ਆਪਣੇ ਪੈਰਾਂ ਤੋਂ ਮਿੱਟੀ ਲਾਉਣ ਲੱਗਿਆ ਸੰਭਲ ਨਾ ਸਕਿਆ ਤੇ ਡਿੱਗ ਪਿਆ। ਸੰਤੂ ਨੇ ਆਖਿਆ, ਜਾਣ ਵੀ ਦੇ, ਪੈਰ ਨਾ ਸਾਫ਼ ਕਰ, ਮੈਂ ਸਫ ਆਪੇ ਝਾੜ ਲਵਾਂਗਾ। ਇੱਥੇ ਆ ਕੇ ਬਹਿ ਤੇ ਚਾਹ ਪੀ। ਇੱਕ ਗਲਾਸ ਚਾਹ ਦਾ ਭਰ ਕੇ ਉਸਨੇ ਬਿਸ਼ਨੇ ਨੂੰ ਦਿੱਤਾ ਤੇ ਦੂਜੇ ਛੰਨੇ ਵਿੱਚ ਪਾ ਕੇ ਆਪ ਪੀਣ ਲੱਗਾ। ਬਿਸ਼ਨੇ ਨੇ ਛੇਤੀ ਗਲਾਸ ਮੁਕਾ ਲਿਆ ਤੇ ਸੰਤੂ ਨੇ ਇੱਕ ਹੋਰ ਭਰ ਦਿੱਤਾ, ਪਰ ਚਾਹ ਪੀਂਦਿਆਂ ਵੀ ਸੰਤੂ ਦੀ ਨਜ਼ਰ ਬਾਜ਼ਾਰ ਵੱਲ ਰਹੀ, ਕਿਤੇ ਰੱਬ ਲੰਘ ਨਾ ਜਾਵੇ। ਬਿਸ਼ਨੇ ਪੁੱਛਿਆ, ਕਿਸ ਦੀ ਉਡੀਕ ਹੈ? ਸੰਤੂ, ਗੱਲ ਤਾਂ ਕਮਲਿਆਂ ਵਾਲੀ ਹੈ, ਪਰ ਰਾਤ ਮੈਂ ਜੋ ਕੁਝ ਸੁਣਿਆ ਉਹ ਮੇਰੇ ਦਿਲ ਵਿੱਚੋਂ ਨਿਕਲਦਾ ਨਹੀਂ। ਪਤਾ ਨਹੀਂ ਉਹ ਸੁਪਨਾ ਸੀ ਕਿ ਸੱਚੀ ਗੱਲ ਸੀ। ਤੂੰ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ? ਬਿਸ਼ਨਾ, ਨਹੀਂ, ਮੈਂ ਮੂਰਖ ਮਿੱਤਰ, ਮੈਂ ਤਾਂ ਪਾਪੀ ਹਾਂ, ਮੈਨੂੰ ਪਾਠ ਦਾ ਕੀ ਪਤਾ। ਸੰਤੂ, ਮੈਂ ਰਾਤ ਪਾਠ ਕਰਦਾ ਸਾਂ, ਪਾਠ ਪਿੱਛੋਂ ਕੁਝ ਉਂਘ ਜਿਹੀ ਆ ਗਈ ਤੇ ਮੇਰੇ ਕੰਨ ਵਿੱਚ ਆਵਾਜ਼ ਪਈ, ਸੰਤੂ, ਕੱਲ ਮੈਂ ਤੇਰੀ ਗਲੀ ਆਵਾਂਗਾ, ਮੈਨੂੰ ਵੇਖਣਾ ਹੀ ਤਾਂ ਉਡੀਕੀ। ਮੈਂ ਸੋਚਦਾ ਸੀ, ਭਾਈ ਸ਼ਾਂਤੀ ਰੱਬ ਦੇ ਨਾਮ ਵਿੱਚ ਹੈ, ਦਰਸ਼ਨ ਬਿਨਾਂ ਸ਼ਾਂਤੀ ਨਹੀਂ, ਕੀ ਮੈਂ ਵੀ ਕਦੀ ਦਰਸ਼ਨ ਕਰਾਂਗਾ? ਬਿਸ਼ਨੇ ਨੂੰ ਇਸ ਗੱਲ ਦੀ ਸਮਝ ਨਾ ਪਈ। ਉਸਨੇ ਗਲਾਸ ਮੁਕਾ ਕੇ ਮੁੱਦਾ ਰੱਖ ਦਿੱਤਾ, ਪਰ ਸੰਤੂ ਨੇ ਫੇਰ ਭਰ ਦਿੱਤਾ। ਸੰਤੂ, ਪੀ ਮਿੱਤਰਾ ਪੀ। ਕੋਦਰੇ ਦੀ ਰੋਟੀ ਖਾਣ ਵਾਸਤੇ ਗੁਰੂ ਨਾਨਕ ਜੀ ਅਹਿਮਦਾਬਾਦ ਗਏ। ਮਾਈ ਦਾ ਖੱਦਰ ਦਾ ਚੋਲਾ ਪਹਿਨਣ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਅਪੜੇ। ਗਰੀਬਾਂ ਦੇ ਘਰ ਤਾਂ ਸਾਈਂ ਟੁਰ ਕੇ ਆਉਂਦਾ ਹੈ, ਜੇ ਇਉਂ ਨਾ ਕਰੇ ਤਾਂ ਗਰੀਬਾਂ ਦੇ ਜਾ ਕਿੱਥੇ? ਤੀਰਥ ਯਾਤਰਾ ਪੁੰਨ ਦਾਨ ਅਮੀਰਾਂ ਦੇ ਕੰਮ। ਅਸੀਂ ਤਾਂ ਘਰ ਆਏ ਰੱਬ ਨੂੰ ਸੁੱਕੀ ਰੋਟੀ ਤੇ ਰੁੱਖੀ ਚਾਹ ਦੇ ਸਕਦੇ ਹਾਂ, ਪਰ ਸਾਈਂ ਹੋਇਆ ਜੋ ਗਰੀਬਾਂ ਦਾ ਪਾਤਸ਼ਾਹ ਆਪੇ ਕਦੀ ਆਵੇਗਾ। ਬਿਸ਼ਨੇ ਨੂੰ ਚਾਹ ਭੁੱਲ ਗਈ। ਉਸਦੀਆਂ ਅੱਖਾਂ ਤੋਂ ਹੰਝੂ ਵਗ ਤੁਰੇ ਤੇ ਗੋਲ ਗੋਲ ਅਥਰੂ ਗੱਲਾਂ ਤੋਂ ਉਤਰ ਕੇ ਥੱਲੇ ਡਿੱਗੇ। ਸੰਤੂ ਨੇ ਆਖਿਆ, ਹੋਰ ਚਾਹ ਪੀ ਬਈ ਸਜਣਾ, ਪਰ ਬਿਸ਼ਨੇ ਨੇ ਆਪਣੇ ਪਾਟੇ ਹੋਏ ਪਰਨੇ ਨਾਲ ਮੂੰਹ ਪੂੰਝਿਆ ਤੇ ਆਖਣ ਲੱਗਾ, ਬਸ ਸਾਈਂ ਤੈਨੂੰ ਨੇਕੀ ਦੇਵੇ, ਤੂੰ ਮੈਨੂੰ ਚਾਹ ਤੇ ਆਤਮ ਅੰਮ੍ਰਿਤ ਦੋਵੇਂ ਪਿਲਾਏ ਹਨ। ਸੰਤੂ, ਧੰਨ ਭਾਗ ਬਿਸ਼ਨਿਆ, ਫੇਰ ਵੀ ਆਵੀਂ, ਮੈਨੂੰ ਤੇਰੇ ਆਇਆਂ ਖੁਸ਼ੀ ਹੁੰਦੀ ਹੈ, ਜ਼ਰੂਰ ਦਰਸ਼ਨ ਦੇ ਜਾਵੀਂ। ਬਿਸ਼ਨਾ ਟੁਰ ਗਿਆ ਤੇ ਸੰਤੂ ਚਾਹ ਮੁਕਾ ਕੇ ਫਿਰ ਆਪਣੇ ਕੰਮ ਤੇ ਜਾ ਬੈਠਾ। ਕੰਮ ਕਰਦਾ ਕਰਦਾ ਫਿਰ ਬਾਰੀ ਥਾਣੀ ਵੇਖੇ ਤੇ ਬੈਠਾ ਰੱਬ ਨੂੰ ਉਡੀਕੇ। 2 ਸਿਪਾਹੀ ਲੰਘੇ ਤੇ ਫਿਰ ਇੱਕ ਮੂਚੀ, ਫਿਰ 2 ਪਟਿਆਰ ਨਾਲ ਲੜਦੀਆਂ ਲੰਘ ਗਈਆਂ, ਫਿਰ ਇੱਕ ਪੇਂਡੂ ਜਨਾਨੀ ਪੁਰਾਣੀ ਜੁੱਤੀ ਪਾਈ ਹੋਈ ਤੇ ਫਟਿਆ ਹੋਇਆ ਪਰਨਾ ਸਿਰ ਤੇ ਰੱਖੀ ਹੋਈ ਆਈ ਤੇ ਸੰਤੂ ਦੀ ਬਾਰੀ ਥੱਲੇ ਹਵਾ ਤੋਂ ਬਚਣ ਲਈ ਖਲੋ ਗਈ। ਸੰਤੂ ਨੇ ਦੇਖਿਆ ਕਿ ਇਸ ਜਨਾਨੀ ਦੇ ਕੁੱਛੜ ਦੁੱਧ ਪੀਂਦਾ ਬੱਚਾ ਹੈ, ਪਾਲੇ ਨਾਲ ਕੰਬਦਾ ਹੈ। ਮਾਂ ਉਸਦੇ ਉਦਾਲੇ ਕੱਪੜਾ ਦੇਣ ਦੀ ਕਰਦੀ ਹੈ, ਪਰ ਉਸਦੇ ਪਾਸ ਕੱਪੜਾ ਨਹੀਂ ਜੋ ਮੁੰਡੇ ਨੂੰ ਪਾਲੇ ਤੋਂ ਬਚਾਵੇ। ਬਾਰੀ ਵਿੱਚੋਂ ਸੰਤੂ ਨੇ ਮੁੰਡੇ ਦਾ ਰੋਣਾ ਤੇ ਮਾਂ ਦੇ ਮੂੰਹੋਂ ਨਾ ਮੇਰਾ ਬੱਚਾ ਦੀ ਆਵਾਜ਼ ਸੁਣੀ। ਉਹ ਉੱਠਿਆ ਤੇ ਦਰਵਾਜ਼ਾ ਖੋਲ੍ਹ ਕੇ ਉਸਨੂੰ ਆਖਣ ਲੱਗਾ, ਬੀਬੀ, ਬੱਚਾ ਲੈ ਕੇ ਅੰਦਰ ਆ ਜਾ। ਜਨਾਨੀ ਨੇ ਸੁਣ ਕੇ ਮੂੰਹ ਇੱਧਰ ਨੂੰ ਕੀਤਾ ਤੇ ਸੰਤੂ ਨੇ ਫੇਰ ਕਿਹਾ, ਬੀਬੀ, ਬਾਹਰ ਮੁੰਡੇ ਨੂੰ ਲਈ ਫਿਰਦੀ ਐ, ਅੰਦਰ ਆ ਜਾ, ਇੱਥੇ ਆਣ ਕੇ ਮੁੰਡੇ ਤੇ ਕੱਪੜਾ ਪਾ, ਐਸ ਰਸਤੇ ਆ ਜਾ। ਜਨਾਨੀ ਹੈਰਾਨ ਤਾਂ ਹੋਈ ਕਿ ਇਹ ਐਨਕਾਂ ਵਾਲਾ ਬੁੱਢਾ ਕੌਣ ਹੈ, ਪਰ ਉਸਨੂੰ ਬਾਬਾ ਵੇਖ ਕੇ ਅੰਦਰ ਆ ਗਈ। ਸੰਤੂ ਨੇ ਉਸਨੂੰ ਮੰਜੇ ਤੇ ਬਿਠਾ ਲਿਆ ਤੇ ਅੰਗੀਠੀ ਉਸਦੇ ਨੇੜੇ ਕਰ ਦਿੱਤੀ ਤੇ ਆਖਣ ਲੱਗਾ, ਲੈ ਬੀਬੀ, ਅੱਗ ਸੇਕ ਤੇ ਮੁੰਡੇ ਨੂੰ ਦੁੱਧ ਪਿਆ। ਜਨਾਨੀ, ਦੁੱਧ ਕਿੱਥੇ, ਮੈਨੂੰ ਰੋਟੀ ਖਾਦਿਆਂ 3 ਦਿਨ ਹੋ। ਔਰ ਉਸਨੇ ਮੁੰਡੇ ਨੂੰ ਛਾਤੀ ਦੇ ਨਾਲ ਲਾ ਲਿਆ। ਸੰਤੂ ਨੇ ਇੱਕ ਆਲੇ ਵਿੱਚੋਂ ਕੁਝ ਦੁੱਧ ਕੱਢਿਆ ਤੇ ਇੱਕ ਡਬਲ ਰੋਟੀ ਵਿੱਚ ਪਾ ਕੇ ਉਸਨੂੰ ਦੇ ਕੇ ਕਿਹਾ, ਬੈਠ ਜਾ ਪੁੱਤਰ, ਬੈਠ ਕੇ ਇਹ ਛਕ ਲੈ ਤੇ ਮੈਂ ਤੇਰੇ ਮੁੰਡੇ ਨੂੰ ਹੂਟੇ ਦਿਆਂਗਾ। ਮੇਰੇ ਵੀ ਮੁੰਡੇ ਹੁੰਦੇ ਸਨ, ਮੈਨੂੰ ਪਤਾ ਹੈ ਕਿ ਨਿਆਣੇ ਕਿੱਦਾਂ ਖੜਾਈਦੇ ਹਨ। ਮੁੰਡੇ ਨੂੰ ਮੰਜੇ ਤੇ ਪਾ ਕੇ ਸੰਤੂ ਉਸਨੂੰ ਪਰਚਾਣ ਲਈ ਸੀਟੀ ਵਜਾਣ ਲੱਗਾ, ਪਰ ਬੁੱਢਾ ਬੰਦਾ ਸੀ, ਸੀਟੀ ਠੀਕ ਨਾ ਵੱਜੇ।
ਫਿਰ ਉਸਨੇ ਆਪਣੀ ਉਂਗਲੀ ਮੁੰਡੇ ਦੇ ਮੂੰਹ ਦੇ ਨੇੜੇ ਲਿਜਾ ਕੇ ਪਿਛਾਂਹ ਕਰ ਲਈ। ਇਸ ਤਰ੍ਹਾਂ ਕਰਨ ਨਾਲ ਮੁੰਡੇ ਨੇ ਰੋਣਾ ਬੰਦ ਕਰ ਦਿੱਤਾ ਅਤੇ ਉਂਗਲੀ ਨੂੰ ਫੜਨ ਲੱਗਾ। ਹੌਲੀ ਹੌਲੀ ਮੁੰਡਾ ਖੁਸ਼ ਹੋ ਗਿਆ ਤੇ ਖਿੜਖਿੜਾ ਕੇ ਹੱਸ ਪਿਆ। ਜਨਾਨੀ ਡਬਲ ਰੋਟੀ ਤੇ ਦੁੱਧ ਪੀਂਦੀ ਰਹੀ ਤੇ ਆਪਣਾ ਹਾਲ ਦੱਸਦੀ ਰਹੀ। ਮੇਰਾ ਮਰਦ ਸਿਪਾਹੀ ਹੈ, 8 ਮਹੀਨੇ ਹੋ ਗਏ ਉਸਨੂੰ ਲਾਮ 'ਤੇ ਗਿਆ। ਮੈਂ ਪਹਿਲੋਂ ਤਾਂ ਇੱਕ ਘਰ ਵਿੱਚ ਨੌਕਰ ਸਾਂ, ਪਰ ਜਦ ਮੇਰਾ ਮੁੰਡਾ ਹੋਇਆ ਤਾਂ ਉਹਨਾਂ ਮੈਨੂੰ ਕੱਢ ਦਿੱਤਾ ਤੇ ਹੁਣ ਨੌਕਰੀ ਦੀ ਢੂੰਡ ਵਿੱਚ ਮੁੰਡਾ ਚੁੱਕ ਕੇ ਫਿਰਦੀ ਹਾਂ। ਪਤਾ ਲੱਗਾ ਸੀ ਕਿ ਅਗਲੇ ਪਿੰਡ ਇੱਕ ਨੌਕਰਾਣੀ ਦੀ ਲੋੜ ਹੈ, ਉੱਥੇ ਚੱਲੀ ਸਾਂ। ਸੰਤੂ, ਤੇਰੇ ਪਾਸ ਮੁੰਡੇ ਲਈ ਗਰਮ ਕੱਪੜਾ ਕੋਈ ਨਹੀਂ? ਜਨਾਨੀ, ਕੱਪੜੇ ਕਿੱਥੇ ਹੋਣ, ਮੈਂ ਤਾਂ ਆਪਣੀ ਅਖੀਰਲੀ ਚਾਦਰ ਕੁਝ ਪੈਸਿਆਂ ਲਈ ਇੱਕ ਬਾਣੀਏ ਪਾਸ ਬੰਦ ਰੱਖ ਦਿੱਤੀ ਹੈ। ਜਨਾਨੀ ਨੇ ਦੁੱਧ ਮੁਕਾ ਕੇ ਮੁੰਡੇ ਨੂੰ ਚੁੱਕਿਆ ਤੇ ਤੁਰਨ ਲੱਗੀ। ਸੰਤੂ ਨੇ ਟੋਲ ਕੇ ਆਪਣਾ ਇੱਕ ਪੁਰਾਣਾ ਕੋਟ ਲਿਆ ਦਿੱਤਾ। ਲੈ, ਇਹ ਲੈ ਲੈ, ਇਸ ਨਾਲ ਮੁੰਡੇ ਨੂੰ ਕੱਜ ਲੈ। ਜਨਾਨੀ ਨੇ ਪਹਿਲਾਂ ਕੋਟ ਵੇਖਿਆ, ਫਿਰ ਬੁੱਢੇ ਸੰਤੂ ਵੱਲ ਵੇਖਿਆ। ਉਸ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ। ਕਹਿਣ ਲੱਗੀ, ਬਾਬਾ ਜੀ, ਮੈਨੂੰ ਤਾਂ ਕਿਤੇ ਆਪ ਨਿਰੰਕਾਰ ਨੇ ਤੁਹਾਡੇ ਘਰ ਨੇੜੇ ਭੇਜਿਆ, ਨਹੀਂ ਤਾਂ ਮੈਂ ਤੇ ਮੇਰਾ ਮੁੰਡਾ ਪਾਲੇ ਨਾਲ ਮਰ ਜਾਂਦੇ। ਸਾਨੂੰ ਰੱਬ ਨੇ ਬਾਰੀ ਵਿੱਚੋਂ ਵੇਖਣ ਲਈ ਆਖਿਆ ਤੇ ਮੈਂ ਗਰੀਬਣੀ ਬਚ ਗਈ। ਸੰਤੂ ਨੇ ਮੁਸਕਰਾ ਕੇ ਆਖਿਆ, ਹਾਂ ਠੀਕ ਹੈ, ਮੈਨੂੰ ਰੱਬ ਨੇ ਹੀ ਬਾਰੀ ਵਿੱਚੋਂ ਵੇਖਣ ਲਈ ਆਖਿਆ ਸੀ। ਫਿਰ ਉਸਨੇ ਰਾਤ ਦਾ ਸੁਪਨਾ ਤੇ ਬਾਰੀ ਵਿੱਚੋਂ ਬਾਹਰ ਝਾਕਣ ਦਾ ਕਾਰਨ ਦੱਸਿਆ। ਜਨਾਨੀ ਕਹਿਣ ਲੱਗੀ, ਕੀ ਪਤਾ ਸੱਚੀ ਗੱਲ ਹੋਵੇ, ਰੱਬ ਸਭ ਕੁਝ ਕਰ ਸਕਦਾ ਹੈ। ਇਉਂ ਕਹਿ ਕੇ ਉਸਨੇ ਅੱਧਾ ਕੋਟ ਆਪਣੇ ਉੱਪਰ ਤੇ ਅੱਧਾ ਮੁੰਡੇ ਉੱਪਰ ਲਪੇਟਿਆ। ਸੰਤੂ ਨੇ ਉਸਨੂੰ ਚਾਦਰ ਛਡਾਉਣ ਲਈ ਪੈਸੇ ਦਿੱਤੇ ਤੇ ਜਨਾਨੀ ਵਾਹ ਰੱਬ ਜੀ, ਵਾਹ ਰੱਬ ਜੀ ਕਹਿੰਦੀ ਉੱਥੋਂ ਤੁਰ ਗਈ। ਜਨਾਨੀ ਦੇ ਟੁਰ ਜਾਣ ਤੇ ਸੰਤੂ ਫਿਰ ਆਪਣੇ ਕੰਮ ਤੇ ਲੱਗ ਪਿਆ, ਪਰ ਇੱਕ ਅੱਖ ਕੰਮ ਵੱਲ ਤੇ ਇੱਕ ਅੱਖ ਬਾਰੀ ਦੇ ਬਾਹਰ। ਕਈ ਲੋਕ ਲੰਘ ਗਏ, ਪਰ ਉਹਨਾਂ ਵਿੱਚੋਂ ਕੋਈ ਅਜਿਹਾ ਨਹੀਂ ਸੀ ਜਿਸ ਨੂੰ ਉਹ ਰੱਬ ਸਮਝ ਸਕੇ। ਥੋੜੇ ਚਿਰ ਪਿੱਛੋਂ ਸੇਬ ਵੇਚਣ ਵਾਲੀ ਇੱਕ ਜਨਾਨੀ ਉਸਦੀ ਬਾਰੀ ਪਾਸ ਆ ਖਲੋਤੀ। ਉਸਦੇ ਪਾਸ ਟੋਕਰੀ ਤਾਂ ਵੱਡੀ ਸੀ, ਪਰ ਸੇਬ ਥੋੜੇ ਰਹਿ ਗਏ ਸਨ। ਪਿੱਛੇ ਉਸਨੇ ਕੁਝ ਬਾਲਣ ਬੰਨਿਆ ਹੋਇਆ ਸੀ। ਬਾਰੀ ਦੇ ਪਾਸ ਖਲੋ ਕੇ ਉਸਨੇ ਟੋਕਰੀ ਰੱਖ ਦਿੱਤੀ ਔਰ ਪਿੱਠ ਵਾਲੇ ਬਾਲਣ ਵਿੱਚੋਂ ਜਿਹੜੀਆਂ ਲੱਕੜਾਂ ਚੁੱਭਦੀਆਂ ਸਨ ਉਹਨਾਂ ਨੂੰ ਠੀਕ ਕਰਨ ਲੱਗੀ। ਉਸਨੂੰ ਇੱਧਰ ਰੁੱਝਿਆ ਵੇਖ ਕੇ ਪਾਟੀ ਹੋਈ ਟੋਪੀ ਵਾਲਾ ਇੱਕ ਮੁੰਡਾ ਛੇਤੀ ਨਾਲ ਆਇਆ ਤੇ ਇੱਕ ਸੇਬ ਹੱਥ ਵਿੱਚ ਫੜ ਕੇ ਖਿਸਕਣ ਲੱਗਾ, ਪਰ ਮਾਈ ਨੇ ਉਸਨੂੰ ਕੁੜਤੇ ਤੋਂ ਫੜ ਲਿਆ। ਮੁੰਡੇ ਨੇ ਛੁਡਾਉਣ ਦਾ ਯਤਨ ਕੀਤਾ, ਪਰ ਮਾਈ ਨੇ ਦੋਹਾਂ ਹੱਥਾਂ ਨਾਲ ਫੜ ਕੇ ਉਸਦੀ ਫਟੀ ਹੋਈ ਟੋਪੀ ਲਾ ਕੇ ਉਹ ਮਾਰੀ ਤੇ ਉਸਨੂੰ ਜੂੰਡਿਆਂ 'ਤੇ ਫੜ ਲਿਆ। ਮੁੰਡਾ ਚੀਕਾਂ ਮਾਰੇ ਤੇ ਮਾਈ ਪਈ ਘੁਰ ਕੇ। ਸੰਤੂ ਨੇ ਆਰਸੂਆ ਝਟਪਟ ਸੁੱਟ ਕੇ ਬੂਹਾ ਖੋਲ੍ਹਿਆ। ਮਾਈ ਉਸ ਮੁੰਡੇ ਨੂੰ ਵਾਲਾਂ ਤੋਂ ਫੜ ਕੇ ਘਸੀਟਦੀ ਪਈ ਸੀ ਤੇ ਕਹਿੰਦੀ ਸੀ, ਥਾਣੇ ਨੂੰ ਲੈ ਜਾਵਾਂਗੀ। ਮੁੰਡਾ ਚੀਕਦਾ ਸੀ, ਮੈਂ ਸੇਬ ਨਹੀਂ ਚੁੱਕਿਆ, ਮੈਨੂੰ ਕਿਉਂ ਮਾਰਨੀ ਹੈ, ਛੱਡ ਵੀ। ਸੰਤੂ ਨੇ ਇਹਨਾਂ ਨੂੰ ਛੁਡਾਇਆ ਤੇ ਮੁੰਡੇ ਨੂੰ ਹੱਥੋਂ ਫੜ ਕੇ ਕਹਿਣ ਲੱਗਾ, ਮਾਈ ਇਸ ਨੂੰ ਜਾਣ ਦੇ ਤੇ ਰੱਬ ਦੇ ਨਾਮ ਤੇ ਮਾਫ ਕਰ ਦੇ। ਮੈਂ ਇਸ ਦੀ ਗੱਤ ਬਣਾਵਾਂਗੀ, ਸਾਰੀ ਉਮਰ ਯਾਦ ਰੱਖੇਗਾ। ਮੈਂ ਇਸ ਸ਼ੈਤਾਨ ਨੂੰ ਥਾਣੇ ਲੈ ਜਾਵਾਂ। ਸੰਤੂ ਨੇ ਮਾਈ ਦੇ ਤਰਲੇ ਕੱਢੇ, ਅੰਮਾ ਜਾਣ ਦੇ ਸੂ, ਫਿਰ ਨਾ ਕਰੇਗਾ, ਰੱਬ ਵਾਸਤੇ ਜਾਣ ਦੇ ਸੂ। ਜਨਾਨੀ ਨੇ ਉਸਨੂੰ ਛੱਡ ਦਿੱਤਾ। ਮੁੰਡਾ ਨੱਠਣਾ ਚਾਹੁੰਦਾ ਸੀ, ਪਰ ਸੰਤੂ ਨੇ ਉਸਨੂੰ ਠਹਿਰਾ ਲਿਆ ਤੇ ਆਖਣ ਲੱਗਾ, ਬੁੱਢੀ ਮਾਈ ਤੋਂ ਮਾਫੀ ਮੰਗ ਤੇ ਮੁੜ ਕੇ ਇੱਦਾਂ ਨਾ ਕਰੀ, ਮੈਂ ਤੈਨੂੰ ਆਪ ਵੇਖਿਆ ਸੇਬ ਚੁੱਕਦਿਆਂ। ਮੁੰਡੇ ਨੇ ਰੋ ਕੇ ਮਾਫੀ ਮੰਗੀ। ਸੰਤੂ ਨੇ ਆਖਿਆ, ਹੁਣ ਠੀਕ ਹੈ, ਲੈ ਇਹ ਸੇਬ, ਤੈਨੂੰ ਇਨਾਮ ਹੈ। ਇਹ ਆਖ ਕੇ ਉਸਨੇ ਮੁੰਡੇ ਨੂੰ ਇੱਕ ਸੇਬ ਫੜਾਇਆ ਤੇ ਮਾਈ ਨੂੰ ਮੁੱਲ ਕੋਲੋਂ ਦੇ ਦਿੱਤਾ। ਮਾਈ ਬੋਲੀ, ਇਸੇ ਕਰਕੇ ਤੇ ਇਹ ਮੁੰਡੇ ਵਿਗੜਦੇ ਹਨ, ਇਸ ਮੁੰਡੇ ਨੂੰ ਬੈਂਤ ਵਜਣੇ ਚਾਹੀਦੇ ਸਨ। ਸੰਤੂ ਬੋਲਿਆ, ਮਾਈ ਤੈਨੂੰ ਕੀ ਪਤਾ, ਇਹ ਤਾਂ ਬੰਦਿਆਂ ਦਾ ਨਿਆਂ ਹੈ, ਰੱਬ ਦਾ ਇਹ ਦਸਤੂਰ ਨਹੀਂ। ਜੇ ਇੱਕ ਸੇਬ ਚੁਰਾਉਣ ਲਈ ਬੈਂਤ ਵੱਜਣ ਤਾਂ ਸਾਡੇ ਅਪਰਾਧਾਂ ਦੀ ਕਿਹੜੀ ਕਰੜੀ ਸਜ਼ਾ ਚਾਹੀਦੀ ਹੈ। ਬੁੱਢੀ ਮਾਈ ਚੁੱਪ ਹੋ ਗਈ। ਸੰਤੂ ਨੇ ਉਸਨੂੰ ਸਮਝਾਇਆ ਕਿ ਅਸੀਂ ਹੋਰਨਾਂ ਨੂੰ ਮਾਫ ਕਰੀਏ ਤਾਂ ਹੀ ਰੱਬ ਸਾਨੂੰ ਮਾਫ ਕਰੇਗਾ। ਬੁੱਢੀ ਮਾਈ ਨੂੰ ਆਪਣੇ ਦੋਤਰਿਆਂ ਦਾ ਖਿਆਲ ਆ ਗਿਆ ਤੇ ਉਹਨਾਂ ਦੀਆਂ ਗੱਲਾਂ ਕਰਕੇ ਤੁਰਨ ਲੱਗੀ ਤੇ ਟੋਕਰੀ ਸਿਰ ਤੇ ਰੱਖੀ ਕਿ ਇਸ ਮੁੰਡੇ ਨੇ ਅੱਗੇ ਵੱਧ ਕੇ ਆਖਿਆ, ਮਾਈ ਟੋਕਰੀ ਮੈਨੂੰ ਫੜਾ ਦੇ, ਮੈਂ ਇਸੇ ਪਾਸੇ ਜਾਣਾ ਹੈ, ਚੁੱਕੀ ਜਾਵਾਂਗਾ।
ਇਸ ਪ੍ਰਕਾਰ ਮਾਈ ਦੀ ਟੋਕਰੀ ਚੁੱਕ ਕੇ ਮੁੰਡਾ ਤੇ ਮਾਈ ਆਪਸ ਵਿੱਚ ਪਿਆਰ ਦੀਆਂ ਗੱਲਾਂ ਕਰਦੇ ਟੁਰ ਗਏ ਤੇ ਸੰਤੂ ਉਹਨਾਂ ਨੂੰ ਤੱਕਦਾ ਖੜਾ ਰਿਹਾ। ਸੰਤੂ ਮੁੜ ਕੰਮ ਤੇ ਆ ਗਿਆ, ਪਰ ਹੁਣ ਸ਼ਾਮ ਹੋ ਚੱਲੀ ਸੀ ਤੇ ਹਨੇਰਾ ਪੈ ਗਿਆ। ਜੁੱਤੀ ਦਾ ਇੱਕ ਪੌਲਾ ਰਹਿੰਦਾ ਸੀ। ਉਸਨੇ ਕੰਮ ਸਾਂਭਿਆ, ਹਥਿਆਰ ਹਥਿਊਰ ਆਪਣੇ ਟਿਕਾਣੇ ਤੇ ਰੱਖੇ, ਦੀਵਾ ਆ ਬਾਲਿਆ ਤੇ ਉਬਲੇ ਹੋਏ ਚਾਵਲ ਛਕ ਕੇ ਸੁਖਮਨੀ ਸਾਹਿਬ ਦਾ ਗੁਟਕਾ ਫੜ ਕੇ ਬੈਠ ਗਿਆ। ਪਰ ਉਸ ਵੇਲੇ ਇਸ ਤਰ੍ਹਾਂ ਦਾ ਖੜਾਕ ਹੋਇਆ ਜਿੱਦਾਂ ਕੋਈ ਉਸਦੇ ਪਿੱਛੇ ਚੱਲਦਾ ਫਿਰਦਾ ਹੋਵੇ। ਉਸਨੇ ਨੀਝ ਲਾ ਕੇ ਵੇਖਿਆ ਤਾਂ ਸ਼ੱਕ ਪਿਆ ਕਿ ਕੋਠੇ ਦੀ ਹਨੇਰੀ ਗੁੱਠ ਵਿੱਚ ਆਦਮੀ ਫਿਰਦੇ ਹਨ। ਆਵਾਜ਼ ਆਈ, ਸੰਤੂ, ਮੈਨੂੰ ਪਛਾਣਿਆ ਹੀ ਕੌਣ ਆ? ਸੰਤੂ ਨੇ ਹੌਲੀ ਜਿਹੀ ਕਿਹਾ, ਮੈਨੂੰ ਹਨੇਰੇ ਵਿੱਚ ਕੁਝ ਨਹੀਂ ਦਿਸਦਾ। ਇੰਨੇ ਨੂੰ ਹਨੇਰੇ ਵਿੱਚੋਂ ਬਿਸ਼ਨਾ ਨਿਕਲਿਆ ਤੇ ਮੁਸਕਰਾਉਂਦਾ ਹੋਇਆ ਹਨੇਰੇ ਵਿੱਚ ਲੀਨ ਹੋ ਗਿਆ। ਆਵਾਜ਼ ਆਈ, ਇਹ ਮੈਂ ਹਾਂ। ਫਿਰ ਹਨੇਰੇ ਵਿੱਚੋਂ ਬੱਚੇ ਵਾਲੀ ਮਾਈ ਨਿਕਲੀ। ਮਾਈ ਮੁਸਕਰਾਈ ਤੇ ਬੱਚਾ ਖਿੜਖਿੜਾ ਕੇ ਹੱਸਿਆ। ਉਹ ਵੀ ਲੋਪ ਹੋ ਗਏ। ਆਵਾਜ਼ ਆਈ, ਇਹ ਮੈਂ ਹਾਂ। ਬੁੱਢੀ ਮਾਈ ਔਰ ਸੇਬ ਵਾਲਾ ਮੁੰਡਾ ਹਨੇਰੇ ਵਿੱਚੋਂ ਨਿਕਲੇ, ਦੋਵੇਂ ਮੁਸਕਰਾਏ ਤੇ ਲੋਪ ਹੋ ਗਏ। ਆਵਾਜ਼ ਆਈ, ਇਹ ਮੈਂ ਹਾਂ। ਸੰਤੂ ਦਾ ਮੁਖੜਾ ਖਿੜ ਗਿਆ ਤੇ ਉਸਦੇ ਦਿਲ ਵਿੱਚ ਖੁਸ਼ੀ ਭਰ ਗਈ। ਉਸਨੂੰ ਯਾਦ ਆਇਆ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੂਲੋ ਪਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਭ ਠਾਈ। ਹੁਣ ਜਦ ਕੋਈ ਵੀ ਸੰਤੂ ਨੂੰ ਪੁੱਛੇ ਕਿ ਰੱਬ ਕਿੱਥੇ ਵਸਦਾ ਹੈ ਤਾਂ ਉਹ ਪ੍ਰੇਮ ਭਰੀ ਆਵਾਜ਼ ਵਿੱਚ ਬੋਲਦਾ ਹੈ, ਕਹੋ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਡਿਠਾ।